ਹੈਲੋ ਦੋਸਤੋ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਜੀਕੇ ਤੇ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਆਪਣੇ ਪਵਿੱਤਰ ਪਾਪੀ ਨਾਵਲ ਦਾ ਜਿਹੜਾ ਤੀਜਾ ਪਾਰਟ ਹੈ ਉਹਦੀ। ਦੋਸਤੋ, ਜਿਹੜੀ ਹੁਣ ਆਪਣੀ ਤੀਜੀ ਕਲਾਸ ਹੈ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਪਵਿੱਤਰ ਪਾਪੀ ਨਾਵਲ ਦੇ ਚੌਥੇ ਦ੍ਰਿਸ਼ ਦੀ, ਜਿਹਦੇ ਵਿੱਚ ਕਿਰਦਾਰ ਦੇ ਬਾਰੇ ਦੱਸਿਆ ਹੋਇਆ ਹੈ। ਤਾਂ ਦੋਸਤੋ, ਹੁਣ ਆਪਾਂ ਸਟਾਰਟ ਕਰਦੇ ਹਾਂ। 14 ਸਾਲਾਂ ਦੀ ਪੜ੍ਹਾਈ ਖਤਮ ਕਰਕੇ ਜਦ ਕਿਰਦਾਰ ਵਿਹਲਾ ਹੋਇਆ ਤਾਂ ਉਹ ਇਸ ਲੰਬੀ ਚੌੜੀ ਦੁਨੀਆ ਵਿੱਚ ਇਕੱਲਾ ਸੀ। ਆਪਣਾ ਆਖਣ ਨੂੰ ਉਸ ਦਾ ਕੋਈ ਨਹੀਂ ਸੀ। ਉਸ ਦਾ ਪਿਓ ਇੱਕ ਸਾਧਾਰਨ ਸ਼੍ਰੇਣੀ ਦਾ ਆਦਮੀ ਸੀ, ਜਿਹਨੇ ਘੜੀਸਾਜੀ ਦੀ ਕਿਰਤ ਕਰਕੇ ਬੜੇ ਕਸ਼ਟਾਂ ਦੀ ਕਮਾਈ ਨਾਲ ਪੁੱਤ ਨੂੰ ਪੜ੍ਹਾਇਆ ਸੀ। ਕਿਰਦਾਰ ਨੇ ਅਜੇ F.A. ਵੀ ਖਤਮ ਨਹੀਂ ਸੀ ਕੀਤੀ ਕਿ ਮੌਤ ਨੇ ਉਸ ਦੇ ਸਿਰ ਤੋਂ ਪਿਓ ਦਾ ਸਾਇਆ ਚੁੱਕ ਲਿਆ। ਉਸ ਦੀ ਮਾਂ ਪਾਸ ਜੋ ਬਚੀ ਖੁਚੀ ਪੂੰਜੀ ਸੀ, ਸਾਰੀ ਲਾ ਕੇ ਉਸ ਨੇ ਪੁੱਤਰ ਨੂੰ B.A. ਤੱਕ ਪਹੁੰਚਾ ਦਿੱਤਾ। ਮਾਂ ਦੀ ਇੱਕੋ ਇੱਕ ਸੱਧਰ ਸੀ ਕਿ ਪੁੱਤਰ ਨੂੰ B.A. ਪਾਸ ਕਰਾਉਣ ਦੀ, ਪਰ ਨਤੀਜਾ ਸੁਣਨ ਦੀ ਖੁਸ਼ਖਬਰੀ ਉਸ ਵਿਚਾਰੀ ਦੇ ਭਾਗਾਂ ਵਿੱਚ ਨਹੀਂ ਸੀ। ਉਹ ਮਿਆਦੀ ਬੁਖਾਰ ਦੇ ਪੰਜੇ ਵਿੱਚ ਫਸ ਕੇ ਸਦਾ ਦੀ ਨੀਂਦ ਸੌ ਗਈ। ਕਿਰਦਾਰ ਮੁੱਢ ਤੋਂ ਹੀ ਮਿਹਨਤੀ ਤੇ ਲੱਗਣ ਵਾਲਾ ਨੌਜਵਾਨ ਸੀ। ਉਹ ਜਿਸ ਕੰਮ ਪਿੱਛੇ ਪੈ ਜਾਂਦਾ, ਭੈੜਾ ਹੋਵੇ ਜਾਂ ਚੰਗਾ, ਇੱਕ ਵਾਰੀ ਉਸ ਦਾ ਪਰਾਲਾ ਕੰਡਦਾ ਛੂਹ ਕੇ ਛੱਡਦਾ। ਇਸ ਤੋਂ ਛੂਟ ਉਹ ਹੱਦ ਦਰਜੇ ਦਾ ਜਜ਼ਬਾਤੀ ਸੀ, ਇਤਨਾ ਕਿ ਜਦ ਕਦੇ ਉਸ ਦੇ ਜਜ਼ਬੇ ਵਿੱਚ ਕਿਸੇ ਕਾਰਨ ਹਿਲਜੁਲ ਪੈਦਾ ਹੁੰਦੀ, ਉਹ ਆਪਣੇ ਆਪ ਨੂੰ ਭੁੱਲ ਜਾਂਦਾ। ਉਸ ਦੀ ਉਮਰ ਉਸ ਵੇਲੇ 21-22 ਵਰ੍ਹਿਆਂ ਦੀ ਸੀ। ਮਾਪਿਆਂ ਨਾਲ ਕਿਸ ਸੰਤਾਨ ਦੀ ਮੁਹੱਬਤ ਨਹੀਂ ਹੁੰਦੀ, ਪਰ ਕਿਰਦਾਰ ਦੇ ਪ੍ਰਾਣ ਹੀ ਮਾਂ ਪਿਓ ਵਿੱਚ ਸਨ। ਪਿਓ ਦੀ ਮੌਤ ਦਾ ਸਦਮਾ ਅਜੇ ਉਸ ਅੰਦਰ ਤਾਜ਼ਾ ਸੀ ਕਿ ਮਾਂ ਦੀ ਹੋਂਦ ਤੋਂ ਵੀ ਵਾਂਝਿਆ ਗਿਆ। ਪੜ੍ਹਾਈ ਜਦ ਉਸ ਨੇ ਸ਼ੁਰੂ ਕੀਤੀ ਸੀ, ਤਕਰੀਬਨ ਉਦੋਂ ਹੀ ਉਸ ਦੇ ਅੰਦਰ ਰੀਝ ਸਮਾਈ ਹੋਈ ਸੀ ਕਿ ਉਹ ਬਹੁਤ ਸਾਰੀ ਪੜ੍ਹਾਈ ਕਰ ਚੁੱਕਣ ਤੋਂ ਬਾਅਦ ਆਪਣੇ ਮਾਂ ਪਿਓ ਨੂੰ ਪੱਟ ਕੇ ਪੰਘੂੜੇ ਝੁਟਾਏਗਾ। ਉਹਨਾਂ ਨੂੰ ਰਾਜ ਗੱਦੀ ਤੇ ਬਿਠਾ ਕੇ ਦਿਨ ਰਾਤ ਉਹਨਾਂ ਦੀ ਸੇਵਾ ਦਾ ਸਵਾਦ ਮਾਣੇਗਾ। ਪਰ ਭਾਗਾਂ ਦਾ ਦੇਵਤਾ ਕਿਸੇ ਅਣਬੋਲੀ ਤੇ ਅਣਸੁਣੀ ਆਵਾਜ਼ ਵਿੱਚ ਕਹਿ ਰਿਹਾ ਸੀ, ਕਿਰਦਾਰ, ਤੂੰ ਕਿਉਂ ਲੰਬੇ ਲੰਬੇ ਦਾਈਏ ਬਣਦਾ ਹੈ? ਤੇਰੀਆਂ ਇਹ ਸਾਰੀਆਂ ਸੱਧਰਾਂ ਅਰਮਾਨ ਵਿੱਚ ਬਦਲਣ ਵਾਲੀਆਂ ਨੇ। ਅਚਾਨਕ ਹੀ ਜਦ ਕੁਦਰਤ ਨੇ ਉਸ ਪਾਸੋਂ ਮਾਂ ਖੋਹ ਲਈ ਤਾਂ ਹੁਣ ਕਿਰਦਾਰ ਲਈ ਇਸ ਦੁਨੀਆ ਵਿੱਚ ਬਾਕੀ ਕੀ ਰਹਿ ਗਿਆ ਸੀ? ਉਹ ਬਥੇਰਾ ਰੋਇਆ, ਕਲਪਿਆ, ਹਫ਼ਤਿਆਂ ਬੱਧੀ ਭੁੱਖਾ ਅੰਦਰ ਵੜ ਕੇ ਪਿਆ ਰਿਹਾ। ਪਰ ਕੀ ਇਹਦਾ ਕਰਨ ਨਾਲ ਉਸ ਦਾ ਗੁਆਚਿਆ ਹੋਇਆ ਸਵਰਗ ਲੱਭ ਪੈਣਾ ਸੀ? ਉਸ ਦੀ ਮਾਂ ਕਿਹਾ ਕਰਦੀ ਸੀ, ਕਿਰਦਾਰ, ਤੂੰ ਜਦੋਂ B.A. ਪਾਸ ਕਰ ਲਵੇਗਾ, ਫਿਰ ਤੇਰਾ ਵਿਆਹ ਕਰਾਂਗੇ। ਝੁਮ ਕਰਦੀ ਤੇਰੀ ਵਹੁਟੀ ਆਵੇ ਤਾਂ ਕਿਰਦਾਰ ਨਿਆਣਿਆਂ ਵਾਂਗ ਰੋ ਕੇ ਮਾਂ ਦੀ ਛਾਤੀ ਨਾਲ ਚਿੰਬੜ ਜਾਂਦਾ ਤੇ ਕਹਿੰਦਾ, ਮਾਂ, ਖਬਰਦਾਰ ਜੇ ਮੈਨੂੰ ਇਹੋ ਜਿਹੀ ਗੱਲ ਆਖੀ। ਤੂੰ ਚਾਹੁੰਦੀ ਹੈ ਇਹ ਤੇਰਾ ਪਿਆਰ ਮੇਰੇ ਦਿਲ ਵਿੱਚ ਕੋਈ ਹੋਰ ਖੋਹ ਲਵੇ? ਇਹ ਮੈਂ ਹਰਗਿਜ਼ ਨਹੀਂ ਹੋਣ ਦੇਵਾਂਗੀ। ਤੇਰਾ ਪਿਆਰ ਗਵਾ ਕੇ ਜੇ ਮੈਨੂੰ ਰੱਬ ਵੀ ਮਿਲਣਾ ਚਾਹੇ ਤਾਂ ਮੈਂ ਉਸ ਨੂੰ ਵੀ ਠੁਕਰਾ ਦਿਆਂਗਾ। ਮਾਂ ਦੇ ਹੁੰਦਿਆਂ ਜਿਹੜਾ ਬੇਸਮਾਨ ਘਰ ਉਸ ਲਈ ਸਵਰਗ ਨਾਲੋਂ ਵੱਧ ਸੁਖਦਾਈ ਸੀ, ਉਸ ਘਰ ਵਿੱਚ ਹੁਣ ਕਦਮ ਰੱਖਦਿਆਂ ਹੀ ਜਿਵੇਂ ਕਿਰਦਾਰ ਦੇ ਕਲੇਜੇ ਵਿੱਚ ਚਸਕਾਂ ਪੈਂਦੀਆਂ ਸਨ। ਯਾਰਾਂ ਦੋਸਤਾਂ ਨੇ ਬੜੀਆਂ ਤਸੱਲੀਆਂ ਦਿੱਤੀਆਂ, ਆਂਢੀਆਂ ਗੁਆਂਢੀਆਂ ਨੇ ਵੀ ਸਮਝਾਉਣ ਵਿੱਚ ਓੜਕ ਕਰ ਦਿੱਤੀ। ਕਿਰਦਾਰ ਕਦੀ ਕਿਸੇ ਦੇ ਮਾਪੇ ਸਾਰੀ ਉਮਰ ਨਾਲ ਨਹੀਂ ਨਿਭਦੇ। ਜਿਸ ਜੀਵ ਨੂੰ ਦਰਗਾਹੋਂ ਸਦਾ ਆ ਗਿਆ, ਉਹ ਚੱਲਣਾ ਹੀ ਸੀ। ਹੁਣ ਤੂੰ ਤਕੜਾ ਹੋ ਕੇ ਆਪਣੇ ਪੈਰਾਂ ਤੇ ਖਲੋਣਾ ਸਿੱਖ। ਪਰ ਕਿਰਦਾਰ ਸੀ ਕਿ ਥਿੰਦੇ ਘੜੇ ਵਾਂਗ ਉਸ ਨੂੰ ਕੋਈ ਨਸੀਹਤ ਨਹੀਂ ਸੀ ਪਾਉਂਦੀ। ਅਖੀਰ ਇੱਕ ਦਿਨ ਐਸਾ ਆਇਆ ਜਦ ਕਿਰਦਾਰ ਦੇ ਦਿਲ ਨੇ ਉਛਾਲਾ ਖਾਧਾ। ਉਹ ਬਿਨਾਂ ਕਿਸੇ ਨੂੰ ਦੱਸਿਆਂ ਤੇ ਬਿਨਾਂ ਕੋਈ ਇਰਾਦਾ ਬਣਾਇਆ ਘਰੋਂ ਨਿਕਲ ਤੁਰਿਆ। ਤੁਰਨ ਲੱਗਿਆਂ ਜਿਹੜੀ ਪੂੰਜੀ ਉਸ ਨੇ ਨਾਲ ਲਈ ਸੀ, ਉਹ 20 ਰੁਪਇਆਂ ਤੋਂ ਵੱਧ ਨਹੀਂ ਸੀ। ਘਰ ਵਿੱਚ ਇੰਨਾ ਕੁਛ ਹੀ ਸੀ। ਘਰ ਨੂੰ ਜੰਦਰਾ ਮਾਰ ਕੇ ਨਿਰ-ਉਦੇਸ਼ ਤੇ ਬੇਨਿਸ਼ਾਨਾ ਹਾਲਤ ਵਿੱਚ ਕਿਰਦਾਰ ਕਈ ਥਾਵਾਂ ਭਟਕਦਾ ਫਿਰਿਆ। ਦਿਨੇ ਉਹ ਤੁਰਨਾ ਸ਼ੁਰੂ ਕਰ ਦਿੰਦਾ, ਰਾਤੀਂ ਜਿੱਥੇ ਪੈ ਜਾਂਦੀ ਉੱਥੇ ਹੀ ਲੰਬਾ ਪਏ ਰਹਿੰਦਾ। ਜਦੋਂ ਭੁੱਖ ਲੱਗਦੀ, ਕਿਸੇ ਤੰਦੂਰ ਤੋਂ 2 ਫੁਲਕੇ ਖਾ ਕੇ ਪੇਟ ਦੀ ਅੱਗ ਬੁਝਾ ਲੈਂਦਾ ਸੀ।
ਉਸ ਦੀ ਪੂੰਜੀ ਘਟਦੀ ਜਦ ਉੱਕਾ ਹੀ ਖਤਮ ਹੋ ਗਈ ਤਾਂ ਅਚਾਨਕ ਉਸ ਨੂੰ ਸੋਚ ਆ ਗਈ, ਹੁਣ ਕੀ ਕਰਾਂਗਾ। ਇਸ ਛੋਟੇ ਜਿਹੇ ਪ੍ਰਸ਼ਨ ਨੇ ਜਿਵੇਂ ਉਸ ਦੇ ਸਾਰੇ ਮਨੋਭਾਵਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ। ਇਸ ਵੇਲੇ ਉਹ ਰਾਵਲਪਿੰਡੀ ਦੇ ਨੇੜੇ ਤੇੜੇ ਪੁੱਜ ਚੁੱਕਾ ਸੀ। ਪਿੰਡੀ ਜਾ ਕੇ ਕੋਈ ਨੌਕਰੀ ਕਰ ਲਾਂਗਾ, ਇਸ ਖਿਆਲ ਨੇ ਉਸ ਦੇ ਕਦਮਾਂ ਵਿੱਚ ਸ਼ਿਥਿਲਤਾ ਦੇ ਥਾਂ ਕੁਝ ਤੇਜ਼ੀ ਲੈ ਆਈ ਤੇ ਜਿਉਂ-ਜਿਉਂ ਉਸ ਦਾ ਪੇਟ ਖਾਲੀ ਹੁੰਦਾ ਗਿਆ, ਇਹ ਤੇਜ਼ੀ ਬਰਾਬਰ ਵਧਦੀ ਗਈ। ਅਖੀਰ ਜਦੋਂ ਪਿੰਡੀ ਪੁੱਜਾ ਤਾਂ ਉਸ ਦੀਆਂ ਆਂਦਰਾਂ ਨੂੰ ਚੂਹੇ ਕੁਤਰ ਰਹੇ ਸਨ। ਉਹ ਬੜੀ ਬੇਸਬਰੀ ਨਾਲ ਨੌਕਰੀ ਦੀ ਤਲਾਸ਼ ਕਰਨ ਲੱਗਾ, ਪਰ ਨੌਕਰੀ ਕੋਈ ਇਹੋ ਜਿਹੀ ਚੀਜ਼ ਨਹੀਂ ਸੀ ਜਿਹੜੀ ਕੋਈ ਉਸ ਲਈ ਹੱਥ ਤੇ ਰੱਖੀ ਬੈਠਾ ਹੋਵੇ। ਸਾਰਾ ਦਿਨ ਉਹ ਦੁਕਾਨਾਂ ਅੱਗੇ ਖਾਕ ਛਾਣਦਾ ਫਿਰਿਆ, ਪਰ ਉਸ ਦੀ ਮੁਰਾਦ ਪੂਰੀ ਨਾ ਹੋ ਸਕੀ। ਉਸ ਦਾ ਹੁਲੀਆ ਹੀ ਕੁਝ ਐਸਾ ਵਿਗਾੜਿਆ ਸੀ ਕਿ ਵੇਖ ਕੇ ਕੋਈ ਵੀ ਉਸ ਨੂੰ ਇੱਕ ਮੰਗਤੇ ਜਾਂ ਅਵਾਰਾ ਕਰ ਤੋਂ ਉੱਚਾ ਨਹੀਂ ਸੀ ਸਮਝ ਸਕਦਾ। ਇੱਕ ਦੋਆਂ ਥਾਈਂ ਉਸ ਨੇ ਜਦ ਪ੍ਰਗਟਾ ਕੀਤਾ ਕਿ ਉਹ BA ਪਾਸ ਹੈ ਤਾਂ ਇਸ ਦਾ ਸਗੋਂ ਉਲਟ ਹੀ ਅਸਰ ਹੋਇਆ। ਲੋਕਾਂ ਨੇ ਉਸ ਨੂੰ ਪਾਗਲ ਸਮਝ ਕੇ ਟਿਚਕਾਰਾਂ ਵਿੱਚ ਉਡਾ ਦਿੱਤਾ। ਉਸ ਨੇ ਇਹ ਰਾਤ ਵੀ ਭੁੱਖਿਆਂ ਹੀ ਕੱਟੀ। ਰਾਤੀਂ ਜਦ ਮਾਈ ਵੀਰੋਂ ਦੀ ਬਨ ਤੇ ਜਿੱਥੇ ਬਹੁਤ ਸਾਰੇ ਮੰਗਤੇ ਉਨੀ ਦਿਨੀਂ ਸੌ ਲੇਟਿਆ ਹੋਇਆ ਸੀ ਤਾਂ ਉਸ ਨੂੰ ਚੇਤਾ ਆਇਆ ਕਿ ਨਿੱਕੇ ਹੁੰਦਿਆਂ ਉਸ ਨੇ ਪਿਓ ਪਾਸੋਂ ਘੜੀ ਸਾਜੀ ਦਾ ਕੰਮ ਤਾਂ ਸਿੱਖਿਆ ਸੀ, ਕਿਉਂ ਨਾ ਕਿਸੇ ਘੜੀਆਂ ਵਾਲੀ ਦੁਕਾਨ ਤੇ ਜਾ ਕੇ ਕਿਸਮਤ ਅਜ਼ਮਾਈ ਜਾਵੇ। ਤੇ ਸੱਚਮੁੱਚ ਉਸ ਦੀ ਇਹ ਜੁਗਤ ਕਾਰਗਰ ਸਾਬਤ ਹੋਈ। ਦਿਨ ਚੜ੍ਹੇ ਉੱਠਦਾ ਹੀ ਉਹ ਘੜੀਆਂ ਦੀ ਦੁਕਾਨ ਦੀ ਭਾਲ ਵਿੱਚ ਨਿਕਲ ਤੁਰਿਆ। ਅਖੀਰ ਉਹ ਰਾਜਾ ਬਾਜ਼ਾਰ ਵਿੱਚ ਘੜੀਆਂ ਦੀ ਇੱਕ ਵੱਡੀ ਦੁਕਾਨ ਅੱਗੇ ਜਾ ਰੁਕਿਆ। ਦੁਕਾਨ ਦਾ ਮਾਲਕ ਤਕੀਏ ਦਾ ਢਾਸਣਾ ਲਾਈ ਅੱਧ-ਲੇਟੀ ਹਾਲਤ ਵਿੱਚ ਬੈਠਾ ਹੱਥ ਦੀਆਂ ਉਂਗਲਾਂ ਨਾਲ ਕੁਝ ਗਿਣ ਰਿਹਾ ਸੀ। ਸਵੇਰੇ ਦੁਕਾਨ ਅੱਗੇ ਇੱਕ ਮੰਗਤਾ ਖੜਾ ਖਿਆਲ ਕਰਕੇ ਉਸ ਨੇ ਦਬਕਾ ਮਾਰਿਆ, "ਚੱਲ ਓਏ ਚੱਲ, ਰਸਤਾ ਨਾ ਰੋਕ, ਤੁਰਦਾ ਹੋ। ਦਿਨ ਚੜ੍ਹਦਾ ਨਹੀਂ ਤੇ ਇਹ ਮੰਗਤੇ ਪਹਿਲੋਂ ਤੁਰ ਪੈਂਦੇ ਨੇ।" "ਮਹਾਰਾਜ ਜੀ, ਮੈਂ ਮੰਗਤਾ ਨਹੀਂ, ਮੈਂ ਕਿਦਾਰ ਨੇ ਆਜਜ਼ੀ ਨਾਲ ਜਵਾਬ ਦਿੱਤਾ। "ਤੇ ਹੋਰ ਕੌਣ ਏ?" ਦੁਕਾਨਦਾਰ ਨੇ ਹੋਰ ਤੇਜ਼ੀ ਹੋ ਕੇ ਕਿਹਾ। ਕਿਦਾਰ ਦੇ ਮੂੰਹੋਂ BA ਪਾਸ ਲਫ਼ਜ਼ ਨਿਕਲਦਾ ਰੁਕ ਗਿਆ। ਅੱਗੇ ਉਹ ਇਸ ਮੂਰਖਪਣੇ ਦਾ ਫਲ ਭੁਗਤ ਚੁੱਕਾ ਸੀ। ਉਹ ਬੋਲਿਆ, "ਜੀ ਮੈਂ ਘੜੀ ਸਾਜੀ ਜਾਣਦਾ ਹਾਂ।" "ਘੜੀ ਸਾਜੀ ਤੂੰ?" ਉਸ ਨੇ ਸਿਰ ਤੋਂ ਪੈਰਾਂ ਤੱਕ ਤੱਕਦਿਆਂ ਸਰਦਾਰ ਅਤਰ ਸਿੰਘ ਨੇ ਕਿਹਾ। "ਚੱਲ ਝੂਠਾ ਨਾ ਹੋਵੇ ਤੇ ਘੜੀ ਸਾਜ਼ਾਂ ਦੀ ਇਹੋ ਜਿਹੀ ਸ਼ਕਲ ਹੁੰਦੀ ਏ? ਉਠਾਈਗਿਰ ਕਿਸੇ ਥਾਂ ਦਾ, ਦੌੜ ਜਾ ਇੱਥੋਂ।" ਕੇਦਾਰ ਨਾਥ ਨੇ ਹੋਰ ਆਜਜ਼ੀ ਨਾਲ ਕਹਿਣਾ ਸ਼ੁਰੂ ਕੀਤਾ, "ਸਰਦਾਰ ਜੀ ਮੁਆਫ਼ ਕਰਨਾ। ਦੁਨੀਆਂ ਦੀਆਂ ਅੱਖਾਂ ਸਿਰਫ਼ ਬਾਹਰਲੀ ਸ਼ਕਲ ਨੂੰ ਵੇਖ ਕੇ ਹੀ ਕਿਸੇ ਦੀ ਅਕਲ ਤੇ ਇਲਮ ਦਾ ਅੰਦਾਜ਼ਾ ਲਾਣਾ ਜਾਣਦੀਆਂ ਨੇ। ਮੈਂ ਆਪਣੇ ਆਪ ਵਿੱਚ ਬੜਾ ਕੁਝ ਹਾਂ, ਪਰ ਇਸ ਵੇਲੇ ਕੁਝ ਵੀ ਨਹੀਂ। ਇੱਕ ਮੁਸੀਬਤ ਦਾ ਮਾਰਿਆ ਪਰਦੇਸੀ ਹਾਂ। ਕਈ ਡੰਗਾਂ ਦਾ ਭੁੱਖਾ ਹਾਂ, ਪਰ ਮੰਗ ਕੇ ਖਾਣ ਨਾਲੋਂ ਮਰ ਜਾਣਾ ਚੰਗਾ ਸਮਝਦਾ ਹਾਂ। ਮੈਂ ਤੁਹਾਡੇ ਪਾਸ ਖੈਰਾਇਤ ਮੰਗਣ ਨਹੀਂ ਆਇਆ, ਮਜ਼ਦੂਰੀ ਲਈ ਆਇਆ ਹਾਂ। ਜੇ ਤੁਸੀਂ ਮੈਨੂੰ ਇੱਕ ਅੱਧੀ ਘੜੀ ਮੁਰੰਮਤ ਲਈ ਦੇ ਸਕੋ ਤਾਂ ਮੈਂ ਪੇਟ ਦੀ ਅੱਗ ਬੁਝਾ ਲਵਾਂ।" ਉਸ ਦੀਆਂ ਗੱਲਾਂ ਸੁਣ ਕੇ ਅਤਰ ਸਿੰਘ ਸੋਚੀ ਵਿੱਚ ਪੈ ਗਿਆ। ਇਤਨਾ ਸੁਚੱਜਾ ਬੋਲਣ ਢੰਗ, ਇਤਨਾ ਪੁਰਦਰਦ ਲਿਹਾਜ਼ ਤੇ ਇੰਨੇ ਸੁਲਝਵੇਂ ਵਾਕ ਕੀ ਮੰਗਤਿਆਂ ਜਾਂ ਅਵਾਰਾਗਰਦਾਂ ਦੇ ਹੁੰਦੇ ਨੇ। ਉਸ ਨੂੰ ਦੁਕਾਨ ਦੇ ਫੱਟੇ ਤੇ ਬੈਠ ਜਾਣ ਦਿੱਤਾ। ਇੱਕ ਪੁਰਾਣੀ ਘੜੀ, ਇੱਕ ਆਈ ਗਲਾਸ ਤੇ ਕੁਝ ਪੇਚਕਸ ਉਸ ਦੇ ਅੱਗੇ ਸੁੱਟਦਾ ਹੋਇਆ ਬੋਲਿਆ, "ਲੈ ਭਲਾ ਇਸ ਨੂੰ ਖੋਲ ਕੇ ਮੁੜ ਫਿੱਟ ਕਰ।" ਕੇਦਾਰ ਨੇ ਇਹ ਸਾਰਾ ਕੰਮ ਮੁਕਾਣ ਵਿੱਚ ਸਿਰਫ਼ 20 ਮਿੰਟ ਲਾਏ, ਜਿਸ ਨੂੰ ਵੇਖ ਕੇ ਦੁਕਾਨਦਾਰ ਹੱਕਾ-ਬੱਕਾ ਰਹਿ ਗਿਆ। ਉਸ ਨੇ ਪੁੱਛਿਆ, "ਕੁਝ ਪੜ੍ਹਨਾ ਲਿਖਣਾ ਵੀ ਜਾਣਦਾ ਹੈ?" "ਜੀ ਹਾਂ, ਮੈਂ BA ਪਾਸ ਹਾਂ।" "BA ਪਾਸ?" ਦੁਕਾਨਦਾਰ ਨੇ ਜ਼ੋਰ ਦਾ ਕੈਕਾ ਮਾਰਿਆ। "ਤੁਸੀਂ ਇਸ ਦਾ ਵੀ ਇਮਤਿਹਾਨ ਲੈ ਸਕਦੇ ਹੋ।" ਕਹਿ ਕੇ ਕੇਦਾਰ ਆਸ ਭਰੀ ਨਜ਼ਰ ਨਾਲ ਦੁਕਾਨਦਾਰ ਵੱਲ ਤੱਕਣ ਲੱਗਾ। "ਲੈ ਪੜ੍ਹ ਇਸ ਨੂੰ।" ਦੁਕਾਨਦਾਰ ਨੇ ਗੱਦੀ ਹੇਠੋਂ ਇੱਕ ਲਿਫ਼ਾਫ਼ਾ ਕੱਢ ਕੇ ਖੋਲ੍ਹਿਆ ਤੇ ਉਸ ਨੂੰ ਫੜਾਇਆ, ਜਿਹੜਾ ਅੱਜ ਦੀ ਡਾਕ ਵਿੱਚ ਆਇਆ ਸੀ। ਕੇਦਾਰ ਨੇ ਉਸ ਵਿੱਚੋਂ ਅੰਗਰੇਜ਼ੀ ਦੀ ਟਾਈਪ ਕੀਤੀ ਹੋਈ ਚਿੱਠੀ ਕੱਢੀ ਤੇ ਦਬਾ-ਦਬ ਪੜ੍ਹ ਗਿਆ। ਫਿਰ ਉਸ ਦਾ ਪੰਜਾਬੀ ਵਿੱਚ ਤਰਜਮਾ
करके उसने दुकानदार ਨੂੰ ਸੁਣਾ ਦਿੱਤਾ। सरदार अतर सिंह ਦੇ ਭੱਦੇ ਢਲਕੇ ਜੀਏ ਉੱਤੇ ਇੱਕ ਪੁਲਸਾਉ ਜੀ ਲਹਿਰ ਦੌੜ ਗਈ। ਉਹ ਸੋਚਣ ਲੱਗਾ, ਆਦਮੀ ਤੇ ਬੜੇ ਕੰਮ ਦਾ ਮਾਲੂਮ ਹੁੰਦਾ ਹੈ ਜੇ ਹੱਥ ਦਾ ਸੁੱਚਾ ਹੋਵੇ। ਉਸਨੇ ਕਈ ਤਰ੍ਹਾਂ ਦੇ ਪ੍ਰਸ਼ਨਾਂ ਦੀ ਉਸ ਉੱਤੇ ਭਰਮਾਰ ਸ਼ੁਰੂ ਕਰ ਦਿੱਤੀ ਤੇ ਹਰ ਇੱਕ ਪ੍ਰਸ਼ਨ ਦਾ ਉੱਤਰ ਉਸਨੂੰ ਪੂਰੇ ਤਸੱਲੀ ਬਖਸ਼ ਢੰਗ ਨਾਲ ਮਿਲਿਆ। ਅਖੀਰ ਉਸ ਬੇਦਿਲੇ ਜਿਹੇ ਰੋਹ ਵਿੱਚ ਕਿਹਾ, ਲੋੜ ਤੇ ਫਿਲਹਾਲ ਮੈਨੂੰ ਕੋਈ ਨਹੀਂ, ਪਰ ਤੇਰੀ ਹਾਲਤ ਤੇ ਬੜਾ ਤਰਸ ਆ ਰਿਹਾ ਹੈ। ਜੇ ਤੈਨੂੰ ਘੜੀ ਸਾਜੀ ਤੇ ਕਲਰਕੀ ਦਾ ਕੰਮ ਦਿੱਤਾ ਜਾਵੇ ਤਾਂ ਕੀ ਤਨਖਾਹ ਲਵੇਗਾ? ਸਰਦਾਰ ਜੀ, ਮੈਨੂੰ ਤੇ ਸਿਰਫ ਰੋਟੀ ਕੱਪੜੇ ਦੀ ਲੋੜ ਹੈ। ਜੋ ਵੀ ਤੁਸੀਂ ਖੁਸ਼ੀ ਨਾਲ ਦਿਓਗੇ ਮੈਂ ਲਵਾਂਗਾ। ਮੇਰਾ ਕਿਹੜਾ ਟੱਬਰ ਰੋਣ ਡਿਆ ਹੋਇਆ ਹੈ, ਕੱਲਾ ਕਾਰਾ ਹਾਂ। ਚੰਗਾ, ਤੈਨੂੰ 25 ਰੁਪਏ ਮਹੀਨਾ ਦਿਆਂਗਾ, ਪਰ ਜੇ ਕੰਮ ਪੂਰੀ ਮਿਹਨਤ ਤੇ ਦਿਆਨਤਦਾਰੀ ਨਾਲ ਕਰੇਗਾ। ਸ਼ੁਕਰੀਆ, ਮੇਰੇ ਲਈ ਇਹ 2 ਘੱਟ ਵੀ ਕਾਫੀ ਸਨ। ਬਾਕੀ ਦਿਆਨਤਦਾਰੀ ਤੇ ਮਿਹਨਤ ਬਾਬਤ ਮੈਂ ਆਪਣੇ ਮੂੰਹ ਕੁਛ ਨਹੀਂ ਕਹਿਣਾ ਚਾਹੁੰਦਾ, ਇਹ ਤਾਂ ਵਕਤ ਹੀ ਦੱਸੇਗਾ। ਉੱਪਰ ਹੋ ਕੇ ਚੰਗੀ ਤਰ੍ਹਾਂ ਬੈਠ ਜਾ। ਕਹਿਣ ਤੋਂ ਬਾਅਦ ਅਤਰ ਸਿੰਘ ਨੇ ਇੱਕ ਪਛਤਾਵਾ ਜਿਹਾ ਲੱਗ ਗਿਆ। ਮੈਂ ਬੜੀ ਜਲਦਬਾਜ਼ੀ ਕੀਤੀ ਹੈ। 25 ਦੀ ਥਾਂ 15 ਜਾਂ 20 ਵਿੱਚ ਵੀ ਤਾਂ ਕੰਮ ਬਣ ਸਕਦਾ ਸੀ, ਜਦ ਕਿ ਉਹ ਆਪਣੇ ਮੂੰਹ ਮੰਗਣ ਡਿਆ ਹੋਇਆ ਹੈ। ਪਰ ਅੱਛਾ, ਜ਼ਬਾਨ ਕਰਕੇ ਮੁਕਰਨਾ ਆਦਮੀ ਦਾ ਕੰਮ ਨਹੀਂ। ਤੇ ਉਸਨੇ ਕਿਦਾਰ ਨੂੰ ਕਹਿਣਾ ਸ਼ੁਰੂ ਕੀਤਾ, ਹੁਣੇ ਮੇਰਾ ਆਦਮੀ ਆਉਣ ਵਾਲਾ ਹੈ, ਉਹ ਦਫ਼ਤਰ ਦਾ ਸਾਰਾ ਕੰਮ ਤੈਨੂੰ ਸਮਝਾ ਦੇਵੇਗਾ। ਬਾਕੀ ਘੜੀ ਸਾਜੀ ਲਈ ਤੈਨੂੰ ਜੋ ਜੋ ਚਾਹੀਦਾ ਹੋਏ ਲਿਸਟ ਤਿਆਰ ਕਰ ਲਈ। ਬਹੁਤ ਅੱਛਾ ਜਨਾਬ, ਪਰ ਜੇ ਮੈਨੂੰ ਥੋੜੇ ਜਿਹੇ ਪੈਸੇ ਦੇ ਸਕੋ ਤਾਂ ਮੈਂ ਦੌੜ ਕੇ ਤੰਦੂਰੋਂ ਰੋਟੀ ਖਾ ਆਵਾਂ। ਭੁੱਖ ਨਾਲ ਮੇਰੇ ਕਲੇਜੇ ਵਿੱਚ ਖੋ ਪੈ ਰਹੀ ਹੈ। ਹਾਂ ਹਾਂ, ਲੈ ਜਾ ਜਿੰਨੇ ਤੇਰਾ ਜੀ ਕਰੇ। ਕਹਿਣ ਤੋਂ ਬਾਅਦ ਅਤਰ ਸਿੰਘ ਕਮੀਜ਼ ਦੀ ਜੇਬ ਹੀ ਪਿਆ ਟਟੋਲਦਾ ਸੀ ਕਿ ਸਾਹਮਣੇ ਉਸਨੂੰ ਪੰਨਾ ਲਾਲ ਆਉਂਦਾ ਵਿਖਾਈ ਦਿੱਤਾ। ਉਸਨੇ ਖਾਲੀ ਹੱਥ ਜੇਬ ਵਿੱਚੋਂ ਕੱਢਿਆ, ਕਿਹਾ, ਮੇਰਾ ਆਦਮੀ ਉਹ ਤੁਰਿਆ ਆਉਂਦਾ ਹੈ। 5-10 ਮਿੰਟ ਲਾ ਕੇ ਤੂੰ ਜਰਾ ਉਸ ਕੋਲੋਂ ਹਿਸਾਬ ਕਿਤਾਬ ਸਮਝ ਲੈ, ਫਿਰ ਤੈਨੂੰ ਅੱਜ ਦੇ ਦਿਨ ਦੀ ਛੁੱਟੀ ਹੋਵੇਗੀ। ਨਾਲੇ ਰੋਟੀ ਖਾ ਆਈ ਤੇ ਨਾਲੇ ਬਾਹਰੋਂ ਸਾਬਣ ਲੈ ਆਈ। ਜਾ ਕੇ ਕੱਪੜੇ ਧੋ ਆਵੀਂ। ਗੰਦੇ ਕੱਪੜਿਆਂ ਨਾਲ ਆਦਮੀ ਬੁਰਾ ਲੱਗਦਾ ਹੈ ਦੁਕਾਨ ਤੇ ਬੈਠਾ। ਬਹੁਤ ਅੱਛਾ ਜਨਾਬ। ਕਿਦਾਰ ਨੇ ਭਾਵੇਂ ਪ੍ਰਵਾਨ ਕਰ ਲਿਆ, ਪਰ ਉਸ ਨੂੰ ਖਤਰਾ ਸੀ ਕਿ ਭੁੱਖ ਨੇ ਉਸ ਦੀ ਜੋ ਦੁਰਦਸ਼ਾ ਕਰ ਰੱਖੀ ਹੈ ਕਿ ਇਸ ਹਾਲਤ ਵਿੱਚ ਉਸ ਪਾਸੋਂ ਕੋਈ ਕੰਮ ਹੋ ਸਕੇਗਾ। ਇਸ ਤੋਂ ਬਾਅਦ ਜਿਸ ਤਰ੍ਹਾਂ ਉਸਨੇ ਪੁਰਾਣੇ ਆਦਮੀ ਪਾਸੋਂ ਚਾਰਜ ਸੰਭਾਲਿਆ, ਇਸ ਦਾ ਬਿਰਤਾਂਤ ਅਸੀਂ ਪੜ੍ਹ ਚੁੱਕੇ ਹਾਂ। ਚਾਰਜ ਦੇ ਕੇ ਤਨਖਾਹ ਲੈ ਕੇ ਪੰਨਾ ਲਾਲ ਚਲਾ ਗਿਆ, ਪਰ ਇੱਧਰ ਕਿਦਾਰ ਦੀ ਭੁੱਖ ਤਰੇ ਜਾਂਦੀ ਰਹੀ। ਉਸਨੇ ਜੋ ਕੁਝ ਪੰਨਾ ਲਾਲ ਦੇ ਚਿਹਰੇ ਤੇ ਵੇਖਿਆ ਜਾਂ ਜਿਹੜੇ ਵਾਕ ਮਾਲਕ ਨੇ ਆਉਂਦੇ ਪੰਨਾ ਲਾਲ ਨੂੰ ਕਹੇ ਸਨ, ਉਸ ਤੋਂ ਸਭ ਮਾਮਲਾ ਉਸਦੀ ਸਮਝ ਵਿੱਚ ਆ ਗਿਆ। ਦੁਖੀ ਨੂੰ ਦੁਖੀ ਦੀ ਪਹਿਚਾਣ ਹੁੰਦੀ ਹੈ ਤੇ ਕਦਰ ਵੀ। ਉਹ ਦਿਲ ਵਿੱਚ ਪਛਤਾਵਾ ਕਰ ਰਿਹਾ ਸੀ ਕਿ ਕਿਉਂ ਉਸਨੇ ਇੱਕ ਗਰੀਬ ਆਦਮੀ ਦੀ ਰੋਜੀ ਉੱਤੇ ਡਾਕਾ ਮਾਰਿਆ। ਚਾਰਜ ਲੈਣ ਦੇ ਦੌਰਾਨ ਕਈ ਵਾਰੀ ਉਸਦੇ ਦਿਲ ਵਿੱਚ ਖਿਆਲ ਉੱਠਿਆ ਕਿ ਅਜੇ ਵੀ ਉਹ ਆਪਣੇ ਆਪ ਨੂੰ ਪੰਨਾ ਲਾਲ ਦੇ ਰਸਤੇ ਵਿੱਚੋਂ ਹਟਾ ਲਵੇ, ਪਰ ਜੋ ਕੁਝ ਉਹ ਚਾਹੁੰਦਾ ਸੀ ਕਰ ਨਾ ਸਕਿਆ। ਚਾਰਜ ਦੇਣ ਤੋਂ ਬਾਅਦ ਦੁਕਾਨ ਤੋਂ ਉਤਰਦਿਆਂ ਹੋਇਆ ਜਦ ਪੰਨਾ ਲਾਲ ਨੇ ਇੱਕ ਪੀੜ ਨਾਲ ਕੁਰਲਾਉਂਦੀ ਨਜ਼ਰ ਕਿਦਾਰ ਉੱਤੇ ਸੁੱਟੀ ਤਾਂ ਕਿਦਾਰ ਦਾ ਦਿਲ ਪਾਟਣ ਵਾਲਾ ਹੋ ਗਿਆ। ਉਸ ਨੂੰ ਜਾਪਦਾ ਸੀ ਕਿ ਜਿਵੇਂ ਅੱਖਾਂ ਹੀ ਅੱਖਾਂ ਵਿੱਚ ਪੰਨਾ ਲਾਲ ਜਾਂਦਾ ਜਾਂਦਾ ਉਸਨੂੰ ਬੜਾ ਭਾਰੀ ਕੋਈ ਸਰਾਪ ਦੇ ਗਿਆ ਹੈ। ਉਸ ਦੇ ਅੰਦਰੋਂ ਰੁਜ਼ਗਾਰ ਮਿਲਣ ਦੀ ਸਾਰੀ ਖੁਸ਼ੀ ਛਾਈ ਮਾਈ ਹੋ ਗਈ। ਕਿਦਾਰ ਦੇ ਸਾਰੇ ਅੰਗ ਇਸ ਵੇਲੇ ਪਛਤਾਵੇ ਦੀ ਅੱਗ ਵਿੱਚ ਝੁਲਸ ਰਹੇ ਸਨ। ਰੋਟੀ ਖਾਣ, ਹਜਾਮਤ ਕਰਾਣ ਤੇ ਕੱਪੜੇ ਆਦਿ ਧੋਣ ਵਿੱਚ ਕਿਦਾਰ ਨੂੰ ਬਹੁਤਾ ਚਿਰ ਨਾ ਲੱਗਾ। 3 ਕੁ ਘੰਟਿਆਂ ਵਿੱਚ ਹੀ ਵਿਹਲਾ ਹੋ ਕੇ ਉਹ ਮੁੜ ਦੁਕਾਨ ਤੇ ਆ ਗਿਆ ਤੇ ਆਪਣੇ ਕੰਮ ਵਿੱਚ ਜੁਟ ਗਿਆ। ਜਿਉਂ ਹੀ ਮਾਲਕ ਦੀ ਉਸ ਉੱਤੇ ਨਜ਼ਰ ਪਈ, ਉਹ ਪਹਿਚਾਣ ਨਾ ਸਕਿਆ ਕਿ ਉਹ ਸਵੇਰੇ ਵਾਲਾ ਆਦਮੀ ਹੀ ਹੈ ਜਾਂ ਕੋਈ ਹੋਰ। ਅਤਰ ਸਿੰਘ ਨੇ ਕੁਝ ਪੁਰਾਣੀਆਂ
ਪਾਕਟ ਘੜੀਆਂ, ਇੱਕੋ ਦੋ ਟਾਈਮ ਪੀਸ ਤੇ ਇੱਕ ਪੁਰਾਣਾ ਕਲਾਕ ਇਕੱਠੇ ਕਰ ਦਿੱਤੇ, ਨਾਲ ਹੀ ਘੜੀਸਾਜ਼ੀ ਦੇ ਔਜ਼ਾਰ ਵੀ। ਉਸਨੂੰ ਕਲਰਕ ਨਾਲੋਂ ਘੜੀਸਾਜ਼ ਦੀ ਬਹੁਤ ਲੋੜ ਸੀ। ਅਤਰ ਸਿੰਘ ਨੂੰ ਦੁਪਹਿਰੇ ਡੇਢ ਦੋ ਘੰਟੇ ਸੌਣ ਦੀ ਆਦਤ ਸੀ। ਉਹ ਸੌ ਗਿਆ ਤੇ ਕਿਦਾਰ ਨੇ ਮੁਰੰਮਤ ਤਲਬ ਘੜੀਆਂ ਖੋਲ ਕੇ ਸਾਫ਼ ਕਰਨੀਆਂ ਸ਼ੁਰੂ ਕਰ ਦਿੱਤੀ। ਦੋ ਘੜੀਆਂ ਨੂੰ ਮੁਕੰਮਲ ਤੌਰ ਤੇ ਤਿਆਰ ਕਰਕੇ ਜਦ ਉਹ ਤੀਜੀ ਘੜੀ ਨੂੰ ਮੁਕਾ ਰਿਹਾ ਸੀ ਤਾਂ ਇੱਕ ਅਧਖੜ ਉਮਰ ਦੇ ਮੁਸਲਮਾਨ ਨੇ ਉਸਨੂੰ ਇੱਕ ਲਿਫਾਫਾ ਫੜਾਉਂਦਿਆਂ ਹੋਇਆ ਕਿਹਾ, ਇਹ ਚਿੱਠੀ ਬਾਬੂ ਪੰਨਾ ਲਾਲ ਨੇ ਤੁਹਾਨੂੰ ਪਹੁੰਚਾਉਣ ਲਈ ਦਿੱਤੀ ਹੈ। ਮੈਨੂੰ ਉਸਨੇ ਹੈਰਾਨੀ ਨਾਲ ਚਿੱਠੀ ਦੇਣ ਵਾਲੇ ਵੱਲ ਤੱਕਿਆ। ਮੇਰਾ ਤੇ ਇਸ ਸ਼ਹਿਰ ਵਿੱਚ ਕੋਈ ਵਾਕਫ ਨਹੀਂ ਹੈ। ਕਿਹੜਾ ਪੰਨਾ ਲਾਲ? ਜਿਹੜਾ ਇਸ ਦੁਕਾਨ ਤੇ ਕੰਮ ਕਰਦਾ ਹੈ, ਕਹਿ ਕੇ ਉਹ ਆਦਮੀ ਚਲਾ ਗਿਆ। ਕਿਦਾਰ ਨੇ ਹਥਲੀ ਘੜੀ ਰੱਖ ਦਿੱਤੀ ਤੇ ਚਿੱਠੀ ਨੂੰ ਖੋਲ ਕੇ ਪੜ੍ਹਨ ਲੱਗਾ। ਪੜ੍ਹਦਿਆਂ ਪੜ੍ਹਦਿਆਂ ਉਸਦੇ ਹੱਥ ਕੰਬਣ ਲੱਗ ਪਏ। ਉਹ ਇੱਕ ਵਾਰੀ ਉੱਠ ਕੇ ਇਸ ਤਰ੍ਹਾਂ ਖੜਾ ਹੋ ਗਿਆ ਤੇ ਇੱਧਰ ਉੱਧਰ ਘਬਰਾਈ ਨਜ਼ਰ ਨਾਲ ਤੱਕਣ ਲੱਗਾ, ਜਿਵੇਂ ਕਿਤੇ ਨੱਸਣਾ ਚਾਹੁੰਦਾ ਹੋਵੇ ਕਿਸੇ ਨੂੰ ਫੜਨ ਲਈ। ਉਹ ਫਿਰ ਬੈਠ ਗਿਆ ਤੇ ਚਿੱਠੀ ਨੂੰ ਦੁਬਾਰਾ ਪੜ੍ਹਨ ਲੱਗਾ। ਮਾਨੋ ਪਹਿਲੀ ਵੇਰ ਉਸ ਨੇ ਜੋ ਕੁਝ ਪੜ੍ਹਿਆ ਸੀ ਉਹ ਭਰਮ ਸੀ। ਚਿੱਠੀ ਵਿੱਚ ਲਿਖਿਆ ਸੀ, ਮੇਰੇ ਮਿਹਰਬਾਨ, ਤੁਸਾਂ ਚੰਗਾ ਕੀਤਾ ਕਿ ਇਸ ਮੁਸੀਬਤਾਂ ਭਰੀ ਜ਼ਿੰਦਗੀ ਤੋਂ ਮੈਨੂੰ ਨਜਾਤ ਦਿਵਾਉਣ ਲਈ ਆਏ ਹੋ। ਮੇਰੀ ਜ਼ਿੰਦਗੀ ਦੀਆਂ ਸਾਰੀਆਂ ਉਮੀਦਾਂ ਇੱਕ ਇੱਕ ਕਰਕੇ ਮਾਯੂਸੀ ਦੇ ਡੂੰਘੇ ਪਾਣੀਆਂ ਵਿੱਚ ਅੱਗੇ ਹੀ ਵਹਿ ਚੁੱਕੀਆਂ ਸਨ। ਸਿਰਫ ਇੱਕੋ ਆਸ ਬਾਕੀ ਰਹਿ ਗਈ ਸੀ ਕਿ ਉਹ ਵੀ ਧੁੰਦਲੀ ਜਿਹੀ, ਤੇ ਇਸ ਆਸ ਨੂੰ ਦਿਲ ਵਿੱਚ ਲੈ ਕੇ ਅੱਜ ਮੈਂ ਦੁਕਾਨ ਤੇ ਆਇਆ ਸਾਂ। ਸੋ ਤੁਸਾਂ ਮੇਰੇ ਉੱਤੇ ਬੜਾ ਉਪਕਾਰ ਕੀਤਾ ਕਿ ਜਿੱਥੇ ਮੇਰੀ ਉਸ ਆਖਰੀ ਉਮੀਦ ਨੂੰ ਵੀ ਤੁਸਾਂ ਕੁਚਲ ਦਿੱਤਾ, ਉੱਥੇ ਰੋਟੀ ਦਾ ਟੁਕੜਾ ਜਿਹੜਾ ਮੈਂ 4 ਮਾਸੂਮ ਬੱਚਿਆਂ ਦੇ ਮੂੰਹ ਵਿੱਚ ਪਾਂਦਾ ਸਾਂ, ਉਹ ਵੀ ਤੁਸਾਂ ਮੈਥੋਂ ਖੋਹ ਲਿਆ। ਹੁਣ ਮੇਰੀਆਂ ਸਭ ਉਮੀਦਾਂ ਖਤਮ ਹੋ ਚੁੱਕੀਆਂ ਨੇ। ਮੇਰੇ ਲਈ ਕੋਈ ਵੀ ਨਿਸ਼ਾਨਾ ਹੁਣ ਬਾਕੀ ਨਹੀਂ ਰਿਹਾ ਜਿਸ ਦੀ ਆਸ ਤੇ ਮੈਂ ਜਿਉਂਦਾ ਰਹਿ ਸਕਾਂ। ਮੇਰਾ ਸਭ ਕੁਝ ਮੁੱਕ ਚੁੱਕਾ ਹੈ। ਮੌਤ ਕਬੂਲਣੋਂ ਹੁਣ ਮੇਰਾ ਜ਼ਰਾ ਵੀ ਦਰੇਗ ਨਹੀਂ ਹੈ। ਇਸ ਵੇਲੇ ਮੈਂ ਉਸ ਦੀ ਆਗੋਸ਼ ਵਿੱਚ ਜਾ ਰਿਹਾ ਹਾਂ, ਜਿੱਥੇ ਜਾ ਕੇ ਮੈਂ ਸਾਰੇ ਦੁੱਖ ਮੁਸੀਬਤਾਂ ਤੋਂ ਛੁੱਟ ਜਾਵਾਂਗਾ। 4 ਬੱਚਿਆਂ ਤੇ ਉਹਨਾਂ ਦੀ ਬਦਨਸੀਬ ਮਾਂ ਦੀ ਮੇਰੇ ਪਿੱਛੋਂ ਕੀ ਹਾਲਤ ਹੋਵੇਗੀ, ਇਹ ਖੌਫ ਬਰਾਬਰ ਮੇਰਾ ਪਿੱਛਾ ਕਰ ਰਿਹਾ ਹੈ, ਪਰ ਇਹ ਹੁਣ ਮੇਰੇ ਪੈਰਾਂ ਨੂੰ ਰੋਕ ਨਹੀਂ ਸਕਦਾ, ਜਦਕਿ ਮੈਂ ਜਾਣਦਾ ਹਾਂ ਕਿ ਮੈਂ ਜਿਉਂਦਾ ਰਹਿ ਕੇ ਵੀ ਉਹਨਾਂ ਨੂੰ ਮੁਸੀਬਤਾਂ ਦੇ ਜਾਲ ਵਿੱਚੋਂ ਨਹੀਂ ਕੱਢ ਸਕਦਾ। ਲਿਹਾਜ਼ਾ ਮੈਂ ਹੁਣ ਉੱਥੇ ਜਾ ਰਿਹਾ ਜਿੱਥੋਂ ਮੁੜ ਕੇ ਨਹੀਂ ਆਵਾਂਗਾ। ਸਮਝ ਨਹੀਂ ਆਉਂਦਾ ਕਿ ਮੈਂ ਇਹ ਚਿੱਠੀ ਤੁਹਾਨੂੰ ਲਿਖ ਕਿਉਂ ਰਿਹਾ ਹਾਂ, ਜਦਕਿ ਮੈਂ ਜਾਣਦਾ ਹਾਂ ਕਿ ਤੁਸੀਂ ਨਾ ਸਿਰਫ ਮੇਰੇ ਕੁਝ ਨਹੀਂ ਲੱਗਦੇ, ਬਲਕਿ ਮੇਰੀ ਮੌਤ ਦਾ ਤੇ ਮੇਰੇ ਬੱਚਿਆਂ ਦੇ ਆਉਣ ਵਾਲੀ ਮੁਸੀਬਤਾਂ ਦਾ ਵੀ ਕਾਰਨ ਹੋ। ਸ਼ਾਇਦ ਇਹ ਦੱਸਣ ਲਈ ਕਿ ਮੈਂ ਤੁਹਾਡੇ ਸਿਰ ਚੜ੍ਹ ਕੇ ਜ਼ਿੰਦਗੀ ਤੇ ਇਸ ਨੌਕਰੀ ਨੂੰ ਅਲਵਿਦਾ ਕਹਿ ਰਿਹਾ ਹਾਂ। ਇਸ ਤਰ੍ਹਾਂ ਮੈਂ ਤੁਹਾਨੂੰ ਲਿਖੀਆਂ ਹਨ। ਮੈਂ ਉੱਥੇ ਜਾ ਕੇ ਮਰਨਾ ਚਾਹੁੰਦਾ ਹਾਂ ਜਿੱਥੇ ਨਾਂ ਲੈਣ ਨੂੰ ਵੀ ਮੇਰਾ ਆਪਣਾ ਕੋਈ ਨਾ ਆਵੇ, ਤਾਂ ਜੋ ਮੇਰੀ ਘਰਵਾਲੀ ਤੇ ਮੇਰੇ ਬੱਚੇ ਇਹ ਸਦਮਾ ਸਹਾਰਨ ਤੋਂ ਬਚੇ ਰਹਿਣ। ਤੁਹਾਨੂੰ ਨੌਕਰੀ ਮਿਲਣ ਦੀ ਮੁਬਾਰਕਬਾਦ ਦਿੰਦਾ ਹੋਇਆ ਇੰਨਾ ਹੋਰ ਕਹਿ ਦਿਆਂ ਕਿ ਇਹ ਨੌਕਰੀ ਹਾਸਲ ਕਰਕੇ ਤੁਸਾਂ ਉਹ ਗੁਨਾਹ ਕੀਤਾ ਹੈ ਜਿਸ ਦਾ ਪ੍ਰਾਸ਼ਚਿਤ ਤੁਸਾਂ 7 ਜਨਮ ਵਿੱਚ ਵੀ ਨਹੀਂ ਚੁਕਾ ਸਕੋਗੇ। ਤੁਸੀਂ ਕਦੀ ਸੁੱਖ ਨਹੀਂ ਪਾਓਗੇ, ਤੁਹਾਡੀ ਆਤਮਾ ਨੂੰ ਕਦੀ ਸ਼ਾਂਤੀ ਨਸੀਬ ਨਹੀਂ ਹੋਏਗੀ। ਇਹ ਸ਼ਰਾਪ ਮੇਰੇ ਮੂੰਹੋਂ ਨਿਕਲਦਾ ਰਿਹਾ ਹੈ। ਪੰਨਾ ਲਾਲ। ਦੂਜੀ ਵੇਰਾਂ ਚਿੱਠੀ ਪੜ੍ਹਨ ਦੇ ਬਾਅਦ ਕਿਦਾਰ ਨੇ ਇਸ ਨੂੰ ਤੀਜੀ ਵਾਰ ਪੜ੍ਹਨਾ ਚਾਹਿਆ, ਪਰ ਐਤਕੀ ਪੜ੍ਹ ਨਾ ਸਕਿਆ। ਚਿੱਠੀ ਦਾ ਸਾਰਾ ਮਜ਼ਮੂਨ ਭੁੱਲ ਚੁੱਕਾ ਸੀ। ਛੇਕੜਲੇ ਫੇਰੇ ਦੇ ਸਿਰਫ 3-4 ਵਾਕ ਹੀ ਉਸਦੇ ਦਿਮਾਗ ਵਿੱਚ ਗੂੰਜ ਰਹੇ ਸਨ। ਤੁਸਾਂ ਉਹ ਪਾਪ ਕੀਤਾ ਹੈ, ਤੁਸੀਂ ਕਦੀ ਸੁੱਖ ਨਹੀਂ ਪਾਓਗੇ, ਤੁਹਾਡੀ ਆਤਮਾ ਨੂੰ ਕਦੇ ਸ਼ਾਂਤੀ ਨਹੀਂ ਮਿਲੇਗੀ। ਉਹ ਉੱਠ ਖਲੋਤਾ। ਇਸ ਵੇਲੇ ਤੱਕ ਉਸ ਦਾ ਮਾਲਕ ਜਾਗ ਚੁੱਕਾ ਸੀ। ਮੈਂ ਹੁਣੇ ਆਇਆ ਕਹਿ ਕੇ ਬਿਨਾਂ ਉਸਨੂੰ ਪ੍ਰਵਾਨਗੀ ਉਡੀਕਿਆਂ ਉਹ ਦੁਕਾਨ ਤੋਂ ਉਤਰ ਕੇ ਇੱਕ ਪਾਸੇ ਦੌੜ ਗਿਆ। ਮਾਲਕ ਨੇ ਸਵੇਰੇ ਕਿਦਾਰ ਨੂੰ ਜਿਹੜਾ 1 ਰੁਪਇਆ ਦਿੱਤਾ ਸੀ, ਉਸ ਵਿੱਚੋਂ 10-11 ਆਨੇ ਉਸ ਪਾਸ ਬਾਕੀ ਸਨ। ਉਹ ਝਟਪਟ ਸਾਲਨ ਟਾਂਗਾ ਕਰਕੇ ਰੇਲਵੇ ਸਟੇਸ਼ਨ ਵੱਲ ਦੌੜਿਆ। ਸਟੇਸ਼ਨ ਤੇ ਪਹੁੰਚ ਕੇ ਉਸਨੇ 10 ਆਨੇ ਟਾਂਗੇ ਵਾਲੇ ਨੂੰ ਦਿੱਤੇ।
बाकी बच्चे एक आने दा प्लेटफार्म टिकट लेके ओ सपासप अंदर लंघ गया। उसने स्टेशन दा चप्पा चप्पा गां मारिया, हर एक खलोती गड्डी दा डब्बा डब्बा फोलिया, पर जो कुछ ढूंढण लई ओ आया सी ਉਸ ਦਾ ਕਿਤੇ ਵੀ ਨਾ ਥੇ ਉਸਨੂੰ ਨਾ ਲੱਭਾ। ਉਹ ਘਬਰਾ ਕੇ ਵਾਪਸ ਮੁੜਿਆ ਤੇ ਸ਼ਾਮ ਤੱਕ ਬਾਜ਼ਾਰਾਂ ਵਿੱਚ ਫਿਰਦਾ ਰਿਹਾ, ਪਰ ਬੇਅਰਥ। ਅਖੀਰ ਉਹ ਟੁੱਟੇ ਦਿਲ ਨਾਲ ਦੁਕਾਨ ਤੇ ਮੁੜ ਆਇਆ। ਮਾਲਕ ਬੜੀ ਬੇਸਬਰੀ ਨਾਲ ਉਸ ਨੂੰ ਉਡੀਕ ਰਿਹਾ ਸੀ। ਉਸ ਦੇ ਚਲੇ ਜਾਣ ਤੋਂ ਬਾਅਦ ਜਦ ਅਤਰ ਸਿੰਘ ਨੇ ਦੋਵੇਂ ਘੜੀਆਂ ਚਲਦੀਆਂ ਵੇਖੀਆਂ ਤਾਂ ਉਸ ਦੀ ਖੁਸ਼ੀ ਦੀ ਹੱਦ ਨਾ ਰਹੀ। ਇਹ ਘੜੀਆਂ ਬਿਲਕੁਲ ਬੇਕਾਰ ਸਨ, ਜਿਹੜੀਆਂ ਇਸ ਵੇਲੇ ਨਵੀਆਂ ਨਰੋਈ ਹਾਲਤ ਵਿੱਚ ਉਸ ਨੂੰ ਨਜ਼ਰ ਆਈਆਂ। ਉਹ ਸੋਚਣ ਲੱਗਾ, ਜਿਸ ਲੇਖੇ ਤਾਂ ਇਹ ਆਦਮੀ ਮੇਰੇ ਲਈ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸਾਬਤ ਹੋਏਗਾ। ਪਰ ਜਿਉਂ-ਜਿਉਂ ਕਿਦਾਰ ਦੇ ਆਉਣ ਵਿੱਚ ਦੇਰੀ ਹੁੰਦੀ ਗਈ, ਉਸ ਦੀ ਘਬਰਾਹਟ ਵੱਧਦੀ ਚਲੀ ਗਈ। ਉਹ ਬੜੇ ਤੌਖਲੇ ਨਾਲ ਸੋਚਦਾ, ਕਿਤੇ ਉਹ ਗੱਲ ਨਾ ਬਣੇ ਕਿ ਦੁਬਿਧਾ ਮੈਂ ਦੋਵੇਂ ਗਏ, ਮਾਇਆ ਮਿਲੀ ਨਾ ਰਾਮ। ਅੱਜ ਪਹਿਲੇ ਹੀ ਦਿਨ ਇੰਨਾ ਗੈਰ ਹਾਜ਼ਰ ਰਹਿਣ ਕਰਕੇ ਉਸ ਨੂੰ ਕਿਰਦਾਰ ਉੱਤੇ ਗੁੱਸਾ ਆਇਆ, ਪਰ ਇੰਨੇ ਕੀਮਤੀ ਆਦਮੀ ਨੂੰ ਗੁੱਸੇ ਹੋਣਾ ਉਸਨੇ ਮੁਨਾਸਬ ਨਾ ਸਮਝਿਆ। ਦੇਰ ਬਾਰੇ ਸਾਧਾਰਨ ਬਹਾਨਾ ਕਰਕੇ ਕਿਰਦਾਰ ਮੁੜ ਆਪਣੇ ਕੰਮ ਵਿੱਚ ਜੁਟ ਗਿਆ, ਪਰ ਉਸਦਾ ਦਿਲ ਜਿਵੇਂ ਸੀਨੇ ਵਿੱਚ ਨਹੀਂ ਸੀ ਠਹਿਰਦਾ। ਦੁਕਾਨ ਬੰਦ ਕਰਨ ਤੋਂ ਪਹਿਲਾਂ ਉਸਨੇ ਇੱਕ ਹੋਰ ਟਾਈਮਪੀਸ ਦੀ ਮੁਰੰਮਤ ਦਾ ਕੰਮ ਮੁਕਾ ਲਿਆ ਤੇ ਹਿਸਾਬ ਕਿਤਾਬ ਵੀ ਸਾਰਾ ਠੀਕ ਠਾਕ ਹੋ ਗਿਆ। ਅਤਰ ਸਿੰਘ ਦੇ ਸਾਹਮਣੇ ਹੁਣ ਇੱਕ ਹੋਰ ਸਮੱਸਿਆ ਆਈ, ਕਿਰਦਾਰ ਦੀ ਰਿਹਾਇਸ਼ ਬਾਰੇ। ਉਸਨੇ ਕਿਹਾ, ਕਿਰਦਾਰ, ਅੱਜ ਤੇ ਕੁਝ ਹੋ ਨਹੀਂ ਸਕਦਾ, ਭਲਕੇ ਤੇਰੇ ਲਈ ਕੋਈ ਮਾੜੀ ਮੋਟੀ ਕੋਠੜੀ ਲੱਭ ਦਿਆਂਗਾ। ਮੇਰੀ ਸਲਾਹ ਏ, ਅੱਜ ਤੂੰ ਰਾਤ ਇੱਥੇ ਹੀ ਦੁਕਾਨ ਦੇ ਥੜੇ ਉੱਤੇ ਗੁਜ਼ਾਰਾ ਕਰ ਲੈ। ਮੰਜਾ ਬਿਸਤਰਾ ਤੈਨੂੰ ਉੱਤੋਂ ਭੇਜ ਦਿਆਂਗਾ। ਇਸ ਤੋਂ ਬਾਅਦ ਖਰਚ ਪੱਠੇ ਲਈ 5 ਰੁਪਇਆਂ ਦਾ ਇੱਕ ਨੋਟ ਉਹਨੂੰ ਦੇ ਕੇ ਅਤਰ ਸਿੰਘ ਦੁਕਾਨ ਨੂੰ ਅੰਦਰੋਂ ਬੰਦ ਕਰਕੇ ਉੱਪਰ ਚਲਾ ਗਿਆ। ਪੌੜੀਆਂ ਹੱਟੀ ਦੇ ਅੰਦਰੋਂ ਚੜ੍ਹਦੀਆਂ ਸਨ। ਮੰਜਾ ਬਿਸਤਰਾ ਆ ਗਿਆ ਤੇ ਕਿਰਦਾਰ ਬਿਸਤਰਾ ਕਰਕੇ ਲੇਟਿਆ ਹੋਇਆ ਕਿਸੇ ਡੂੰਘੀ ਚਿੰਤਾ ਵਿੱਚ ਗੁੰਮ ਸੀ। ਉਹ ਥੋੜੇ ਚਿਰ ਬਾਅਦ ਤ੍ਰਭਕ ਕੇ ਉੱਠ ਬਹਿੰਦਾ, ਮਾਨੋ ਕਿਸੇ ਨੇ ਉਹਦੀ ਵੱਖੀ ਵਿੱਚ ਛੁਰਾ ਘੋਪ ਦਿੱਤਾ ਹੋਵੇ। ਕਿਸੇ ਵੇਲੇ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ, ਜਿਵੇਂ ਉਸ ਦਾ ਸਾਰਾ ਸਰੀਰ ਸਕੰਜੇ ਵਿੱਚ ਕੱਸਿਆ ਜਾ ਰਿਹਾ ਹੈ। ਉਸ ਨੂੰ ਨਾ ਭੁੱਖ ਸੀ, ਨਾ ਨੀਂਦਰ। ਉਹ ਆਪਣੀਆਂ ਅੱਖਾਂ ਅੱਗੇ ਆਪ ਹੀ ਲੁਕ ਜਾਣਾ ਚਾਹੁੰਦਾ ਸੀ। ਘੜੀ ਮੁੜੀ ਚਿੱਠੇ ਦੇ ਮੂੰਹ 3 ਵਾਕ ਭੁਚਾਲ ਦੇ ਝੁੱਟੇ ਬਣ ਕੇ ਉਸਦੇ ਅੰਦਰਲੇ ਨੂੰ ਹਿਲਾ ਰਹੇ ਸਨ। ਤੂੰ ਉਹ ਪਾਪ ਕੀਤਾ ਹੈ, ਤੂੰ ਕਦੇ ਸੁੱਖ ਨਹੀਂ ਪਾਵੇਗਾ, ਤੇਰੀ ਆਤਮਾ ਨੂੰ ਕਦੇ ਸ਼ਾਂਤੀ ਨਹੀਂ ਮਿਲੇਗੀ। ਬਾਜ਼ਾਰ ਵਿੱਚ ਆਦਮੀਆਂ ਦੀ ਭੀੜ ਲੰਘ ਰਹੀ ਸੀ। ਕਿਰਦਾਰ ਨੂੰ ਜਾਪਦਾ ਸੀ ਜਿਵੇਂ ਇਹ ਸਾਰੇ ਲੋਕੀ ਉਸ ਦੇ ਵਿਰੁੱਧ ਫਰਿਆਦ ਕਰਨ ਲਈ ਕਿਸੇ ਵੱਡੀ ਅਦਾਲਤ ਵਿੱਚ ਤੁਰੇ ਜਾ ਰਹੇ ਹਨ। ਉਸ ਨੂੰ ਹਰ ਦਿਸਦੀ ਚੀਜ਼ ਪਾਸੋਂ ਡਰ ਰਿਹਾ ਸੀ। ਟਾਂਗੇ ਮੋਟਰਾਂ ਜਿੰਨੇ ਵੀ ਉਸ ਰਸਤਿਓਂ ਲੰਘ ਰਹੇ ਸਨ, ਉਸ ਨੂੰ ਮਾਲੂਮ ਹੁੰਦਾ ਜਿਵੇਂ ਇਹਨਾਂ ਸਾਰਿਆਂ ਦੇ ਪਹੀਆਂ ਹੇਠਾਂ ਪੰਨਾ ਲਾਲ ਦੀ ਲੋਥ ਕੁਚਲੀ ਜਾ ਰਹੀ ਹੈ। ਇੱਕ ਕਸ਼ਮੀਰੀ ਹੱਥੋਂ ਪਿੱਠ ਤੇ ਲੱਕੜਾਂ ਦਾ ਬੋਝੀ ਚੁਕਾ ਆ ਰਿਹਾ ਸੀ। ਕਿਰਦਾਰ ਨੂੰ ਜਾਪਿਆ ਜਿਵੇਂ ਇਹ ਲੱਕੜਾਂ ਕਿਸੇ ਮ੍ਰਿਤਕ ਸੰਸਕਾਰ ਲਈ ਮਸਾਣਾਂ ਵੱਲ ਲੈ ਜਾਈਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਉਸਨੇ ਵੇਖਿਆ, ਇੱਕ 14-15 ਵਰ੍ਹਿਆਂ ਦੀ ਸੁਡੇਲ ਤੇ ਕੋਮਲ ਅੰਗਾਂ ਵਾਲੀ ਲੰਮੀ ਝੁੰਮੀ ਮੁਟਿਆਰ ਇੱਕ 7-8 ਵਰ੍ਹਿਆਂ ਦੇ ਮੁੰਡੇ ਦੇ ਹੱਥ ਵਿੱਚ ਹੱਥ ਪਾਈ ਹੋਈ ਕਿਸੇ ਪਾਸੇ ਤੁਰੀ ਆ ਰਹੀ ਸੀ। ਸ਼ਾਇਦ ਉਹ ਦੋਵੇਂ ਭੈਣ ਭਰਾ ਸਨ। ਦੁਕਾਨ ਦੇ ਸਾਹਮਣੇ ਆ ਕੇ ਉਹ ਦੋਵੇਂ ਰੁਕ ਗਏ। ਇੱਕ ਵਾਰੀ ਕੁੜੀ ਨੇ ਮੰਜੇ ਤੇ ਲੇਟੇ ਹੋਏ ਕਿਰਦਾਰ ਵੱਲ ਤੇ ਫਿਰ ਦੁਕਾਨ ਦੇ ਸਾਈਨ ਬੋਰਡ ਵੱਲ ਗੌਰ ਨਾਲ ਤੱਕਿਆ ਤੇ ਮੁੰਡੇ ਦੇ ਕੰਨ ਵਿੱਚ ਹੌਲੀ ਜਿਹੀ ਕੁਝ ਕਹਿੰਦੀ ਹੋਈ ਅਗਾਂਹ ਲੰਘ ਗਈ। ਕਿਰਦਾਰ ਦੀ ਨਜ਼ਰ ਬਰਾਬਰ ਉਹਨਾਂ ਦਾ ਪਿੱਛਾ ਕਰ ਰਹੀ ਸੀ। 2-3 ਦੁਕਾਨਾਂ ਜਾ ਕੇ ਪਰੇ ਕੁੜੀ ਫੇਰ ਖਲੋ ਗਈ ਤੇ ਅੱਗੇ ਜਾ ਕੇ ਮੁੰਡੇ ਨੇ ਉਸਦੇ ਹੱਥ ਦੇ ਇਸ਼ਾਰੇ ਨਾਲ ਆਪਣੇ ਵੱਲ ਸੱਦਿਆ। ਦੋਵੇਂ ਫਿਰ ਪਿਛਾਂਹ ਮੁੜ ਤੁਰੇ ਤੇ ਦੁਕਾਨ ਦੇ ਸਾਹਮਣੇ ਆ ਕੇ ਝਟ ਕੁ ਖਲੋਤੇ ਰਹੇ।
ਕਿਦਾਰ ਨੇ ਵੇਖਿਆ ਕੁੜੀ ਮੁੰਡੇ ਨੂੰ ਹੌਲੀ-ਹੌਲੀ ਕੁਝ ਕਹਿ ਕੇ ਦੁਕਾਨ ਵੱਲ ਧਕੇਲ ਰਹੀ ਸੀ, ਪਰ ਮੁੰਡਾ ਮੁੜ-ਮੁੜ ਪਿਛਾਂਹ ਹਟ ਕੇ ਕੁੜੀ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰਦਾ ਸੀ। ਇਸੇ ਧੱਕੋ-ਧੱਕੀ ਦੀ ਹਾਲਤ ਵਿੱਚ ਉਹ ਫੇਰ ਜਿੱਧਰੋਂ ਆਏ ਸਨ ਉੱਧਰ ਮੁੜ ਪਏ। ਉਹਨਾਂ ਦੇ ਚਲੇ ਜਾਣ ਤੋਂ ਬਾਅਦ ਕਿ ਜਿਵੇਂ ਕਿਦਾਰ ਦੀਆਂ ਅੱਖਾਂ ਉਹਨਾਂ ਨੂੰ ਵੇਖ ਰਹੀਆਂ ਸਨ, ਉਹ ਅਜੇ ਇਹਨਾਂ ਹੀ ਸੋਚਾਂ ਵਿੱਚ ਸੀ ਕਿ ਝਟਕੂ ਪਿੱਛੇ ਫੇਰ ਉਸ ਨੇ ਦੋਵਾਂ ਨੂੰ ਇਸੇ ਪਾਸੇ ਆਉਂਦਿਆਂ ਤੱਕਿਆ। ਐਤਕੀਂ ਉਹ ਦੋਵੇਂ ਇਸ ਦੁਕਾਨ ਦੇ ਹੋਰ ਨੇੜੇ ਆ ਕੇ ਰੁਕੇ। ਕਿਦਾਰ ਨੂੰ ਜਾਪਿਆ ਜਿਵੇਂ ਕੁੜੀ ਸੁਸਤ ਜਿਹੇ ਕਦਮ ਉਠਾਉਂਦੀ ਉਸ ਵੇਲੇ ਆ ਰਹੀ ਸੀ, ਤੇ ਉਸ ਪਿੱਛੇ ਮੁੰਡਾ ਵੀ। ਅਖੀਰ ਕੁੜੀ ਬਿਲਕੁਲ ਉਸ ਦੇ ਮੰਜੇ ਕੋਲ ਆ ਗਈ, ਪਰ ਮੂੰਹੋਂ ਕੁਝ ਨਾ ਬੋਲੀ। ਸਿਰਫ ਇੱਕ ਨਜ਼ਰ ਉਸ ਨੇ ਕਿਦਾਰ ਦੇ ਚਿਹਰੇ ਤੇ ਸੁੱਟੀ ਤੇ ਉਸ ਦੀਆਂ ਲਿਸ਼ਕਦੀਆਂ ਅੱਖਾਂ ਵਿੱਚ ਕੋਈ ਪ੍ਰਸ਼ਨ ਵੇਖ ਕੇ ਕਿਦਾਰ ਨੇ ਹੀ ਪੁੱਛ ਲਿਆ, "ਕਿਉਂ ਬੀਬੀ, ਕੀ ਗੱਲ ਹੈ?" "ਜੀ ਤੁਹਾਨੂੰ ਮੇਰੇ ਪਾਪਾ ਜੀ ਦਾ ਪਤਾ ਵੇ?" ਕੁੜੀ ਨੇ ਕੁਝ ਸੰਗਦਿਆਂ ਕੁਝ ਡਰਦਿਆਂ ਪੁੱਛਿਆ। "ਤੇਰੇ ਪਾਪਾ ਜੀ?" ਕਿਦਾਰ ਉੱਠ ਕੇ ਬੈਠ ਗਿਆ। "ਕੀ ਨਾਂ ਏ ਤੇਰੇ ਪਾਪਾ ਜੀ ਦਾ?" "ਜੀ ਪੰਨਾ ਲਾਲ।" ਕੁੜੀ ਦੇ ਬੋਲਣ ਤੋਂ ਪਹਿਲਾਂ ਹੀ ਪਿੱਛੇ ਖੜੋਤਾ ਮੁੰਡੇ ਨੇ ਅਗਾਂਹ ਵਧ ਕੇ ਕਿਹਾ, "ਜੀ ਸਾਡੇ ਪਾਪਾ ਜੀ ਅਜੇ ਤੋੜੀ ਘਰ ਨਹੀਂ ਆਏ।" ਕਿਦਾਰ ਨੂੰ ਹਰ ਕੋਈ ਸਵਾਲ ਉਠਾਉਣ ਦੀ ਲੋੜ ਬਾਕੀ ਨਹੀਂ ਸੀ। ਕੁੜੀ ਬੋਲੀ, "ਮੇਰੇ ਬੇ ਜੀ ਨੇ ਵੱਡੇ ਵੇਲੇ ਤੋਂ ਰੋਟੀ ਨਹੀਂ ਖਾਧੀ, ਬੜੀ ਚਿੰਤਾ ਲੱਗੀ ਹੋਈ ਏ ਉਹਨਾਂ ਨੂੰ।" ਕਿਦਾਰ ਨੂੰ ਜਿਵੇਂ ਸਕਾ ਮਾਰ ਗਿਆ। ਕਿੰਨਾ ਹੀ ਚਿਰ ਉਸ ਨੂੰ ਕੋਈ ਉੱਤਰ ਨਾ ਅਹੁੜਿਆ। ਜਦ ਕੁੜੀ ਨੇ ਫੇਰ ਦੁਹਰਾਇਆ, "ਤੁਹਾਨੂੰ ਨਹੀਂ ਪਤਾ ਜੀ, ਉਹ ਇਸੇ ਹੱਟੀ ਤੇ ਕੰਮ ਕਰਦੇ ਨੇ।" ਤਾਂ ਕਿਦਾਰ ਦੀ ਹੋਸ਼ ਪਰਸਤੀ। ਉਸਨੇ ਬੜੀ ਮੁਸ਼ਕਿਲ ਨਾਲ ਦਿਲ ਅੰਦਰਲਾ ਉੱਠ ਰਹੇ ਤੂਫਾਨੀ ਗੁਬਾਰ ਨੂੰ ਰੋਕਿਆ। "ਕਿਆ ਪਤਾ ਵੇ?" "ਪਤਾ ਵੇ ਜੀ ਤੁਹਾਨੂੰ?" ਐਤਕੀਂ ਕੁੜੀ ਦੀ ਆਵਾਜ਼ ਤੇ ਅੱਖਾਂ ਵਿੱਚ ਉਤੇਜਨਾ ਸੀ। "ਕਿੱਥੇ ਨੇ ਉਹ?" "ਉਹ ਅੱਜ ਸ਼ਾਮ ਦੀ ਗੱਡੀ ਬੰਬਈ ਚਲੇ ਗਏ ਨੇ ਬੀਬੀ।" ਕਿਦਾਰ ਨੂੰ ਇਹਦੋਂ ਚੰਗਾ ਝੂਠ ਨਾ ਲੱਭ ਸਕਿਆ। "ਬੰਬਈ?" "ਬੰਬਈ?" ਦੋਵਾਂ ਭੈਣ-ਭਰਾਵਾਂ ਦੇ ਮੂੰਹੋਂ ਨਿਕਲਿਆ। "ਹਾਂ, ਬੰਬਈ। ਸਰਦਾਰ ਹੋਰਾਂ ਦਾ ਇੱਕ ਕੰਪਨੀ ਨਾਲ ਕੁਝ ਪੁਰਾਣਾ ਹਿਸਾਬ ਕਰਨ ਵਾਲਾ ਸੀ, ਜਿਸ ਕਰਕੇ ਉਹਨਾਂ ਤੁਹਾਡੇ ਪਾਪਾ ਜੀ ਨੂੰ ਭੇਜਿਆ ਵੇ।" ਪਰ ਜੀ ਉਹ ਘਰ ਦੱਸ ਕੇ ਕਿਉਂ ਨਹੀਂ ਗਏ?" ਕੁੜੀ ਦੀਆਂ ਭੋਲੀਆਂ ਅੱਖਾਂ ਨੂੰ ਹੈਰਾਨੀ ਤੇ ਡਰ ਨੇ ਹੋਰ ਵੀ ਦਿਲ ਖਿੱਚਵਿਆਂ ਬਣਾ ਦਿੱਤਾ। ਏਧਰ ਕਿਦਾਰ ਦੇ ਦਿਲ ਵਿਚਲੀ ਪੀੜ ਹੁਣ ਬੇਕਾਬੂ ਹੋ ਕੇ ਉਸ ਦੀਆਂ ਅੱਖਾਂ ਥਾਂਈ ਵਹਿਣ ਨਿਕਲਣ ਵਾਲੀ ਹੋ ਗਈ। ਕੁੜੀ ਦੀ ਜ਼ੁਬਾਨ ਵਿੱਚ ਜੇ ਕੁਝ ਸਭ ਝੂਠ ਕਹਿਣਾ ਚਾਹੁੰਦਾ ਸੀ, ਜਿਵੇਂ ਉਸ ਦੇ ਹਲਕ ਵਿੱਚ ਫਸ ਗਿਆ, ਤਾਂ ਵੀ ਉਸ ਧੱਕ-ਧੁੱਕ ਦੇ ਕੱਢਣ ਦੀ ਕੋਸ਼ਿਸ਼ ਕੀਤੀ। ਗੱਡੀ ਵਕਤ ਤੰਗ ਸੀ, ਜਿਸ ਕਰਕੇ ਲੁਕਵੇਂ ਢੰਗ ਨਾਲ ਅੱਖਾਂ ਦੇ ਅੱਥਰੂ ਪੂੰਝਦਿਆਂ ਹੀ ਉਸ ਨੇ ਆਪਣੇ ਅਧੂਰੇ ਉੱਤਰ ਨੂੰ ਇਸ ਤਰ੍ਹਾਂ ਪੂਰਾ ਕੀਤਾ, "ਮੈਨੂੰ ਜਾਂਦੇ ਹੋਏ ਆ ਗਏ ਸਨ ਕਿ ਤੁਹਾਡੇ ਘਰੇ ਖ਼ਬਰ ਕਰਦਿਆਂ, ਪਰ ਮੈਨੂੰ ਤੁਹਾਡੇ ਘਰ ਦਾ ਨਹੀਂ ਸੀ ਪਤਾ ਕਿ ਕਿਹੜੀ ਗਲੀ ਵਿੱਚ ਏ।" "ਜੀ ਅਸੀਂ ਭਾਵੜੀਆਂ ਵਾਲੀ ਗਲੀ ਵਿੱਚ ਚੌਧਰੀ ਭੋਲਾ ਨਾਥ ਦੇ ਮਕਾਨ ਲਾਂਘੇ ਰਹਿੰਦੇ ਆਂ," ਕੁੜੀ ਨੇ ਧੀਰਜ ਵਿੱਚ ਕਿਹਾ। "ਅੱਛਾ, ਮੈਂ ਵੱਡੇ ਵੇਲੇ ਤੁਹਾਡੇ ਘਰ ਆਵਾਂਗਾ ਤੇ ਬੇ ਜੀ ਨੂੰ ਸਭ ਕੁਝ ਦੱਸਾਂਗਾ।" "ਜੀ ਤੁਸੀਂ ਹੁਣੇ ਈ ਚੱਲੋ ਖਾਂ, ਬੇ ਜੀ ਰੋਟੀ ਨਹੀਂ ਖਾਂਦੇ।" ਕਹਿੰਦਿਆਂ ਕੁੜੀ ਦੀਆਂ ਅੱਖਾਂ ਵਿੱਚ ਹੰਝੂ ਭਰ ਗਏ। ਕਿਦਾਰ ਫੇਰ ਸੋਚੀ ਵਿੱਚ ਪੈ ਗਿਆ। ਫਿਰ ਬੋਲਿਆ, "ਜੇ ਮੈਂ ਹੁਣ ਗਿਆ ਤਾਂ ਪਿੱਛੇ ਕੋਈ ਬਿਸਤਰਾ ਚੁੱਕ ਕੇ ਲੈ ਜਾਵੇਗਾ। ਮੈਂ ਵੱਡੇ ਵੇਲੇ ਜ਼ਰੂਰ ਆਵਾਂਗਾ। ਤੂੰ ਬੀਬੀ ਆਪਣੇ ਬੇ ਜੀ ਨੂੰ ਆਖੀਂ, ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਹੈ, ਰੋਟੀ ਖਾ ਲੈਣ।" ਕੁੜੀ ਦੇ ਭਾਵਾਂ ਤੋਂ ਜਾਪਦਾ ਸੀ ਜਿਵੇਂ ਅਜੇ ਵੀ ਉਸ ਦੀ ਤਸੱਲੀ ਨਹੀਂ ਹੋਈ। ਉਹ ਸੰਗਦੀ ਬੋਲੀ, "ਜੀ ਤੁਸੀਂ ਮੇਰੇ ਨਾਲ ਚੱਲੋ, ਬਸੰਤ ਨੂੰ ਮੈਂ ਤੁਹਾਡੇ ਬਿਸਤਰੇ ਦੀ ਰਾਖੀ ਛੱਡ ਜਾਣੀ ਏ।" ਕਿਦਾਰ ਦੁਵਿਧਾ ਵਿੱਚ ਫਸ ਗਿਆ। ਕੁਝ ਚਿਰ ਸੋਚ ਕੇ ਫਿਰ ਉਹ ਕੁੜੀ ਨੂੰ ਕਹਿਣ ਲੱਗਾ, "ਚੱਲਣ ਨੂੰ ਤੇ ਹੁਣੇ ਚੱਲ ਚੱਲਦਾ, ਪਰ ਮੈਂ ਵੱਡੇ ਵੇਲੇ ਸਵੇਰੇ ਜ਼ਰੂਰ ਆਵਾਂਗਾ। ਜਾ ਬੀਬੀ ਰਾਣੀ।" ਕੁੜੀ ਨੇ ਆਪਣੀ ਮੰਗ ਨੂੰ ਦੁਹਰਾਉਣ ਲਈ ਇੱਕ ਵਾਰੀ ਫੇਰ ਸਿਰ ਚੁੱਕਿਆ, ਪਰ ਸ਼ਾਇਦ ਕਿਦਾਰ ਦੇ ਇਨਕਾਰ ਤੋਂ ਬਾਅਦ ਉਸ ਨੇ ਗੁਸਤਾਖੀ ਜਾਪੀ। ਉਹ ਮੁੜਨ ਹੀ ਲੱਗੀ ਸੀ ਕਿ ਕਿਦਾਰ ਨੇ ਪੁੱਛਿਆ, "ਗਲੀ ਦਾ ਕੀ ਨਾਂ ਦੱਸਿਆ ਤੂੰ ਬੀਬੀ?" "ਜੀ ਭਾਵੜੀਆਂ ਵਾਲੀ ਗਲੀ।" "ਭਾਵੜੀਆਂ ਵਾਲੀ ਗਲੀ। ਅੱਛਾ, ਮੈਂ ਵੱਡੇ ਵੇਲੇ ਜ਼ਰੂਰ ਆਵਾਂਗਾ। ਜਾਓ ਤੁਸੀਂ ਘਰ ਜਾ ਕੇ ਆਰਾਮ ਕਰੋ। ਤੇਰਾ ਨਾਂ ਕੀ ਏ ਬੀਬੀ?" "ਮੇਰਾ ਨਾਂ ਵੀਣਾ ਏ।" ਕਹਿ ਕੇ
ਤੇ ਭਰਾ ਦਾ ਹੱਥ ਫੜ ਕੇ ਕੁੜੀ ਚਲੀ ਗਈ। ਇੱਧਰ ਕਿਦਾਰ ਦੇ ਕੰਨਾਂ ਵਿੱਚ ਵੀਣਾ ਦਾ ਕਿਹਾ ਹੋਇਆ ਉਹ ਸ਼ਿਕਰਲਾ ਸ਼ਬਦ ਵੀਣਾ ਸੱਚਮੁੱਚ ਵੀਣਾ ਦੀ ਆਵਾਜ਼ ਬਣ ਕੇ ਮਿੱਠੀ ਮਿੱਠੀ ਗੁੰਜਾਰ ਪੈਦਾ ਕਰਨ ਲੱਗਾ। ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਲਈ। ਹੁਣ ਆਪਾਂ ਮਿਲਦੇ ਹਾਂ ਆਪਣੀ ਨੈਕਸਟ ਕਲਾਸ ਦੇ ਵਿੱਚ।